ਛਕੋ ਗੁਰੂ ਵਾਲੇ ਬਣੋ। ਇਸ ਮਹਾਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚੱਲ ਰਹੀਆਂ ਮਹਾਨ ਸੇਵਾਵਾਂ ਦੇ ਵਿੱਚ ਤਨ ਮਨ ਧਨ ਨਾਲ ਅੱਗੇ ਵੱਧ ਕੇ ਹਿੱਸਾ ਪਾਓ। ਕਥਾ ਦੀ ਸੇਵਾਵਾਂ ਮੇਰੇ ਅਜੀਜ਼ ਗਿਆਨੀ ਗੁਰਬਚਨ ਸਿੰਘ ਜੀ ਹਜੂਰ ਸਾਹਿਬ ਵਾਲੇ ਨਿਭਾ ਰਹੇ ਹਨ। ਟਿਕ ਕੇ ਕਥਾ ਦਾ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਮੁਖ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਹੇ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਹੇ। ਠੀਕਰ ਫੋਰ ਦਲੀਸ ਸਿਰ, ਪ੍ਰਭ ਬੁਨ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਤੇਗ ਬਹਾਦਰ ਕੈ ਚਲਤ, ਭਇਓ ਜਗਤ ਕੋ ਸੋਗ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਜਿਤਨੇ ਵੀ ਮਾਈ ਭਾਈ, ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਦਾ ਸਿਮਰਨ ਕਰੀਏ। ਇੱਕੋ ਵਾਰ ਕਹਿਣ 'ਤੇ ਬੁਲੰਦ ਆਵਾਜ਼ ਵਿੱਚ ਬੁਲਾਓ, ਅਦਬ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਗੁਰਬਾਣੀ ਦੀ ਕਥਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਆਪਾਂ ਸਾਰੇ ਹੀ ਗੁਰੂ ਚਰਨਾਂ ਨਾਲ ਜੁੜ ਬੈਠੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ, ਇਲਾਹੀ ਬਾਣੀ, ਇਸ ਵਿੱਚ ਜੋ ਸ਼ਬਦ ਆਇਆ ਹੈ, ਇਸ ਤੋਂ ਵਿਚਾਰ ਦੀ ਆਰੰਭਤਾ ਕਰੀਏ। ਸ਼ਲੋਕ ਵਿੱਚ ਪਾਤਸ਼ਾਹ ਜੀ ਬਚਨ ਕਰ ਰਹੇ ਹੈ, ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣ ਹਾਰ। ਹੇ ਮਾਲਕ, ਹੇ ਪਰਮੇਸ਼ਰ ਜੀ, ਜੇ ਕਿਤੇ ਸਾਡਾ ਕਰਮ ਹੀ ਤੁਸੀਂ ਦੇਖੋ, ਜਿਤਨੇ ਅਸੀਂ ਗੁਨਾਹ ਕਰਦੇ ਹਾਂ, ਜਿੰਨੇ ਅਸੀਂ ਅਕਿਰਤ ਘਣ ਹਾਂ, ਤਾਂ ਫਿਰ ਅਸੀਂ ਬਖਸ਼ੇ ਨਹੀਂ ਜਾ ਸਕਦੇ। ਕਦੇ ਵੀ ਸਾਡਾ ਛੁਟਕਾਰਾ ਨਹੀਂ ਹੋਵੇਗਾ ਜੇ ਗੁਰੂ ਸਾਡੇ ਔਗਣ ਵੇਖੇ।
ਗੁਰੂ ਸਦਾ ਹੀ ਬਖਸ਼ਿੰਦ ਹੈ। ਸਤਿਗੁਰੂ ਜੀ ਬਚਨ ਕਰਦੇ ਹੈ ਕਿ ਗੁਰੂ ਇੱਕ ਮਾਂ ਦੀ ਨਿਆਈ ਵੀ ਹੈ। ਜੈਸੇ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੈ। ਜਿਵੇਂ ਬਾਲਕ ਬੜੇ ਔਗਣ ਕਰਦਾ ਹੈ, ਮਾਤਾ ਨੂੰ ਤੰਗ ਕਰਦਾ ਹੈ, ਬਚਪਨਾ ਹੈ। ਬਹੁੜ ਪਿਤਾ ਝਿੜਕੇ ਪ੍ਰਭਾਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। ਸਤਿਗੁਰੂ ਜੀ ਸਾਡੇ ਔਗਣਾਂ ਨੂੰ ਨਹੀਂ ਚਿਤਾਰਦੇ। ਨਿਰਗੁਣਿਆਰੇ ਪਾਲਦਾ ਭਾਈ, ਨਥਾਵਿਆਂ ਨੂੰ ਥਾਂ ਦਿੰਦਾ ਹੈ। ਜਿਨ੍ਹਾਂ ਦੇ ਵਿੱਚ ਕੋਈ ਗੁਣ ਵੀ ਨਹੀਂ, ਉਹਨਾਂ ਨੂੰ ਵੀ ਰਿਜ਼ਕ ਦਿੰਦਾ ਹੈ। ਗੁਰੂ ਸਮਰੱਥ ਹੈ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੇ ਤੁਸੀਂ ਕਿਰਪਾ ਕਰਕੇ ਹੀ ਬਖਸ਼ੋ ਤੇ ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਜੇ ਗੁਨਾਹਾਂ ਦੀ ਗਿਣਤੀ ਵਿੱਚ ਪੈ ਗਏ ਤੇ ਪਾਤਸ਼ਾਹ ਬਖਸ਼ੇ ਨਹੀਂ ਜਾਵਾਂਗੇ। ਕਿਉਂਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਵੇਖਣ ਵਿੱਚ ਸਰੀਰ ਦੀ ਬਨਾਵਟ, ਸਰੀਰ ਦਾ ਲਿਬਾਸ ਗੁਰੂ ਵਾਲਾ ਹੋ ਸਕਦਾ ਹੈ। ਗੁਰਦੁਆਰੇ ਆ ਜਾਣਾ ਇੱਕ ਗੱਲ ਵੱਖਰੀ ਹੈ। ਗੁਰੂ ਘਰ ਆ ਕੇ ਗੁਰੂ ਤੱਕ ਪਹੁੰਚਣਾ ਇੱਕ ਵੱਖਰੀ ਗੱਲ ਹੈ। ਮੰਦਰ ਵਿੱਚ ਪਹੁੰਚ ਜਾਣਾ, ਆਰਤੀ ਕਰ ਲੈਣੀ, ਰਸਮੋ ਰਿਵਾਜ ਕਰ ਲੈਣੇ ਇੱਕ ਵੱਖਰੀ ਗੱਲ ਹੈ। ਪਰ ਭਗਵਾਨ ਤੱਕ ਪਹੁੰਚਣਾ ਇਹ ਇੱਕ ਵੱਖਰੀ ਗੱਲ ਹੈ। ਹਰ ਇੱਕ ਧਰਮ ਦੇ ਵਿੱਚ ਇੱਕ ਸਰੀਰਕ ਕਿਰਿਆਵਾਂ ਦਾ ਰਸਤਾ ਹੈ, ਉਸ ਤੋਂ ਅੱਗੇ ਫਿਰ ਆਤਮਾ ਪਰਮ ਆਤਮਾ ਦਾ ਰਸਤਾ ਹੈ। ਇਸ ਕਰਕੇ ਗੁਰੂ ਦੇ ਦਰ ਤੇ ਆਏ ਹਾਂ, ਗੁਰੂ ਕੀ ਸ਼ਰਨ ਵਿੱਚ ਆਏ ਹਾਂ। ਤੇ ਜੇ ਗੁਰੂ ਕੀ ਸ਼ਰਨ ਵਿੱਚ ਆ ਕੇ ਸਤਿਗੁਰੂ ਜੀ ਦਾ ਉਪਦੇਸ਼ ਹਿਰਦੇ 'ਚ ਨਾ ਵਸਾਇਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਅਣਜਾਣ ਵਿਅਕਤੀ, ਹੇ ਭੁੱਲਣਹਾਰ ਜੀਵ, ਤੂੰ ਗੁਰੂ ਦੀ ਮੱਤ ਲੈ ਤੇ ਆਪਣੇ ਜੀਵਨ ਦੇ ਵਿੱਚ ਉਸ ਨੂੰ ਲਾਗੂ ਕਰ। ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਬੜੇ ਬੜੇ ਸਿਆਣੇ ਵਿਅਕਤੀ ਇਸ ਦੁਨੀਆ ਤੇ ਹੋ ਗੁਜ਼ਰੇ ਹੈ, ਜਿਨ੍ਹਾਂ ਦੀਆਂ ਸਰੀਰਕ ਆਯੂ ਕਰਕੇ ਬੜੀ ਲੰਮੇਰੀ ਉਮਰ ਸੀ ਤੇ ਆਪਣੀ ਜ਼ਿੰਦਗੀ ਦੇ ਤਜਰਬੇ ਦਾ ਉਹ ਦਾਅਵਾ ਕਰਦੇ ਸਨ। ਤੇ ਭਗਤ ਫਰੀਦ ਜੀ ਇੱਕ ਬਚਨ ਕੀਤਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜੇ ਤੂੰ ਸੱਚਮੁੱਚ ਸਿਆਣਾ ਹੈ ਨਾ, ਜੇ ਤੇਰੀ ਦਾੜੀ ਭੂਰ ਹੋ ਗਈ ਹੈ, ਚਿੱਟੀ ਹੋ ਗਈ ਹੈ, 4 ਕਿਤਾਬਾਂ ਕਾਲਜ ਦੀਆਂ ਦੁਨਿਆਵੀ ਪੜ੍ਹ ਕੇ ਆਪਣੇ ਆਪ ਨੂੰ ਅਕਲਵਾਨ ਸੂਝਵਾਨ ਸਮਝਣ ਲੱਗ ਪਿਆ ਹੈ, ਤਾਂ ਇੱਕ ਗੱਲ ਦਾ ਖਿਆਲ ਜ਼ਰੂਰ ਰੱਖੀ, ਆਪਣੇ ਗੁਰੂ ਦੇ ਕੋਲ ਜਾਈ, ਗੁਰੂ ਤੋਂ ਉਪਦੇਸ਼ ਲੈ ਕੇ ਇਹ ਬਚਨ ਜ਼ਰੂਰ ਪੜ੍ਹ ਲਵੀਂ ਕਿ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਜੇ ਤੂੰ ਸੱਚਮੁੱਚ ਲਤੀਫ ਹੋ ਗਿਆ, ਸਿਆਣਾ ਹੋ ਗਿਆ, ਸੂਝਵਾਨ ਹੋ ਗਿਆ, ਗੁਰੂ ਦੀ ਮੱਤ ਧਾਰਨ ਕਰ ਲਈ ਹੈ, ਜੈਸਾ ਤੇਰਾ ਲਿਬਾਸ ਹੈ ਵੈਸਾ ਹੀ ਤੇਰਾ ਅੰਦਰ ਜੇ ਬਣ ਗਿਆ, ਉਹ ਖੇਡ ਬਣ ਗਈ ਹੈ, ਤਾਂ ਫਿਰ ਕਾਲੇ ਕਰਮ ਕਰਨੇ ਛੱਡ ਦੇ। ਕਾਲੇ ਲਿਖ ਨਾ ਲੇਖ, ਆਪਨੜੈ ਗਰੀਵਾਨ ਮਹਿ, ਸਿਰ ਨੀਵਾ ਕਰ ਦੇਖ। ਸਿਰ ਨੀਵਾ ਕਰ, ਆਪਣੇ ਅੰਦਰ ਤਾਂ ਝਾਤੀ ਮਾਰ।
ਉਮਰ ਤੇਰੀ ਬੀਤਦੀ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਤੂੰ ਬੱਝਿਆ ਹੋਇਆ ਹੈ। 95% ਜਿਹੜੇ ਰਾਜਨੀਤਿਕ ਲੋਕ ਹੈ 70 75 80 90 100 ਸਾਲ ਦੇ ਨੇ, ਪਰ ਇੱਕ ਮੋਹ ਬੱਝਾ ਹੋਇਆ ਕੁਰਸੀ ਦੇ ਨਾਲ, ਇੱਕ ਪਕੜ ਹੈ ਬੜੇ ਗਹਿਰੇ ਤਲ ਤੇ, ਉਹ ਛੁੱਟਦੀ ਨਹੀਂ। ਕਿਸੇ ਦਾ ਰਾਜਨੀਤਿਕ ਪੱਖ ਹੈ, ਕਿਸੇ ਦਾ ਘਰ ਦੇ ਨਾਲ ਹੀ ਹੈ, ਕਿਸੇ ਦਾ ਧੀਆਂ ਪੁੱਤਰਾਂ ਦੇ ਨਾਲ ਪ੍ਰੇਮ ਹੈ। 12 ਬਰਸ ਬਾਲਪਨ ਬੀਤੇ, 20 ਬਰਸ ਕਿਛ ਤਪ ਨਾ ਕੀਆ, 30 ਬਰਸ ਕਿਛ ਦੇਵ ਨਾ ਪੂਜਾ, ਅਬ ਪਛਤਾਨਾ ਬਿਰਧ ਪਿਆ, ਮੇਰੀ ਕਰਤੇ ਜਨਮ ਗਿਆ। ਇਸ ਪ੍ਰਕਾਰ ਸਹਿਤ ਜਿਹੜਾ ਹੈ ਉਹ ਜਨਮ ਹੈ ਸਾਰਾ ਚਲਾ ਗਿਆ ਹੈ, ਬਚਪਨਾ ਵੀ ਚਲਾ ਗਿਆ, ਜਵਾਨੀ ਵੀ ਚਲੀ ਗਈ। ਤੇ ਜੇ ਕਿਸੇ ਨੂੰ ਇਹ ਸਵਾਲ ਕੀਤਾ ਜਾਵੇ ਕਿ ਭਾਈ ਜਵਾਨੀ ਹੈ, ਗੁਰੂ ਵਾਲਾ ਬਣ ਜਾ, ਨਾਮ ਜਪ ਸਿਮਰਨ ਕਰ, ਕਹਿਣਗੇ ਕਿ ਜਦੋਂ ਬੁਢੇਪਾ ਆਵੇਗਾ ਨਾ ਉਦੋਂ ਕਰ ਲਾਂਗੇ। ਦੁਨੀਆ ਦੇ ਜਿਤਨੇ ਵੀ ਕਾਰਜ ਹੈ, ਮਨੁੱਖ ਦੀ ਜਿਹੜੀ ਪਾਵਰ ਹੈ 25 ਜਾਂ 20 ਤੋਂ 35 15 ਸਾਲ ਦੀ ਆਯੂ ਦੀ ਜਿਹੜੀ ਜਵਾਨੀ ਦੀ ਉਮਰ ਹੈ, ਇਹਦੇ ਵਿੱਚ ਬੰਦੇ ਵਿੱਚ ਬੜਾ ਜ਼ੋਰ ਹੁੰਦਾ ਹੈ। ਬੰਦਾ ਬੜੇ ਵੱਡੇ ਵੱਡੇ ਕਾਰਜ ਕਰਦਾ ਹੈ, ਵੱਡੇ ਵੱਡੇ ਬਿਜ਼ਨਸ ਸੈੱਟ ਕਰ ਲੈਂਦਾ ਹੈ, ਪਰ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਉਂਦੀ ਹੈ ਤਾਂ ਫਿਰ ਕਹਿੰਦਾ ਉਹਦੇ ਵਾਸਤੇ ਬੁਢੇਪਾ ਆ ਜਾਏ। ਤੇ ਫਿਰ ਗੁਰੂ ਸਾਹਿਬ ਦਾ ਬਚਨ ਹੈ, ਗੁਰੂ ਸਾਹਿਬ ਕਹਿੰਦੇ ਨੇ, 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਪਾਤਸ਼ਾਹ, ਵੀ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਧ ਭਾਈ, ਤਉ ਨ ਹਰ ਰਸ ਲੀਨ। ਵੀ ਤੇਰੀਆਂ ਅੱਖਾਂ ਨਹੀਂ ਹੁਣ ਕੰਮ ਕਰਦੀਆਂ ਗੁਰੂ ਦਾ ਦਰਸ਼ਨ ਤੂੰ ਕਰ ਸਕੇ, ਦੰਦ ਤੇਰੇ ਸਾਥ ਛੱਡ ਗਏ ਆ, ਕੰਨ ਤੇਰੇ ਹੁਣ ਸੁਣ ਨਹੀਂ ਸਕਦੇ, ਪੈਰਾਂ ਨਾਲ ਚੱਲ ਕੇ ਤੂੰ ਗੁਰੂ ਘਰ ਨਹੀਂ ਜਾ ਸਕਦਾ, ਸਿੱਧਾ ਖਲੋ ਕੇ ਤੂੰ ਉੱਥੇ ਸੇਵਾ ਨਹੀਂ ਕਰ ਸਕਦਾ। ਇਹ ਤੇਰਾ ਬੁਢੇਪਾ ਫਿਰ ਕਿਸ ਕੰਮ ਦਾ ਹੈ? ਜਿਹਨੂੰ ਤੂੰ ਸੰਭਾਲਿਆ ਸੀ ਵੀ ਮੈਂ ਬੁਢੇਪਾ ਆਵੇਗਾ, ਬੱਚਿਆਂ ਨੂੰ ਪਾਲ ਪੋਸ ਕੇ ਵੱਡਿਆਂ ਕਰਕੇ ਫਿਰ ਮੈਂ ਗੁਰੂ ਵਾਲਾ ਬਣਾਂਗਾ, ਤੇ ਉਹ ਸਮਾਂ ਜਿਹੜਾ ਤੂੰ ਸੰਭਾਲਿਆ ਸੀ ਉਹ ਤੇ ਉਹਦੇ ਵਿੱਚ ਤੇ ਤੇਰੇ ਵਿੱਚ ਬਲ ਹੀ ਨਹੀਂ ਰਿਹਾ ਉਸ ਸਮੇਂ ਵਿੱਚ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਜੀ ਦਾ ਜਦੋਂ ਅਸੀਂ ਬਚਪਨਾ ਦੇਖਦੇ ਹਾਂ ਸਰੀਰਕ ਆਯੂ ਕਰਕੇ, ਤਾਂ ਬਚਪਨ ਵਿੱਚ ਹੀ ਕੈਸੀ ਤਿਆਗ ਦੀ ਮੂਰਤ ਸਨ। ਇੱਕ ਵਿਸ਼ੇਸ਼ ਤੇ ਸ੍ਰੇਸ਼ਟ ਸੁਪੁੱਤਰ ਹੋਣ ਦਾ ਫਰਜ਼ ਨਿਭਾਇਆ ਹੈ। ਜੇ ਗੁਰੂ ਸਾਹਿਬ ਬਚਨ ਕੀਤਾ ਵੀ ਤੇਗ ਬਹਾਦਰ ਜੀ ਉਠੋ, ਜੰਗ ਵਿੱਚ ਚੱਲਣਾ ਹੈ, ਤੇ ਗੁਰੂ ਪਿਤਾ ਦਾ ਹੁਕਮ ਮੰਨ ਕੇ ਯੁੱਧ ਵਿੱਚ ਗਏ। ਜੇ ਗੁਰੂ ਪਿਤਾ ਦਾ ਹੁਕਮ ਹੋਇਆ ਹੈ ਵੀ ਜਾ ਕੇ ਬਾਬਾ ਬਕਾਲਾ ਸਾਹਿਬ ਰਹੋ, ਤੇ ਉਹ ਬਚਨ ਵੀ ਸੱਤ ਕਰਕੇ ਮੰਨਿਆ ਤੇ ਉੱਥੇ ਜਾ ਕੇ ਟਿਕ ਗਏ। 23 ਸਾਲ ਦੇ ਤਕਰੀਬਨ ਉੱਥੇ ਚੌਂਕੜਾ ਲਾ ਕੇ ਭਜਨ ਕੀਤਾ ਹੈ। ਪਰ ਇਹ ਭਜਨ ਸੀ ਜਿਹੜਾ ਇੱਕ ਵੱਡੀ ਕ੍ਰਾਂਤੀ ਦੀ ਇਹ ਤਿਆਰੀ ਸੀ। ਐਸਾ ਸਬਕ ਸਿੱਖਾਂ ਨੂੰ ਦਿੱਤਾ ਹੈ ਕਿ ਨਾਮ ਵੀ ਜਪਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਆਪ ਜੀ ਆਨੰਦਪੁਰ ਸਾਹਿਬ ਬੈਠੇ ਹੈ, ਦੁਨੀਆ ਦੇ ਉੱਤੇ ਹਾਹਾਕਾਰ ਮਚ ਗਈ ਹੈ। ਉਹ ਬ੍ਰਹਮ ਦੇ ਜਾਣਨ ਵਾਲੇ ਅਕਾਲ ਪੁਰਖ ਪਰਮੇਸ਼ਰ ਗੁਰੂ ਤੇਗ ਬਹਾਦਰ ਮਹਾਰਾਜ ਪਰ ਉਹ ਪੁਕਾਰ ਤੇ ਤਿਆਗ ਦੀ ਮੂਰਤ ਸਨ। ਤੇ ਗੁਰਬਾਣੀ ਵਿੱਚ ਸ਼ਬਦ ਆਇਆ ਕਿ ਬ੍ਰਹਮ ਗਿਆਨੀ ਪਰ ਉਹ ਪੁਕਾਰ ਉਮਾਹਾ। ਪਰ ਉਹ ਪੁਕਾਰ ਇੱਕ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ, ਗੁਰੂ ਕਰ ਸਕਦਾ ਹੈ। ਕਿਉਂਕਿ ਜਿਹੜਾ ਆਮ ਦੁਨਿਆਵੀ ਲੋਕਾਂ ਦਾ ਪਰਉਪਕਾਰ ਹੈ ਨਾ, ਉਹ ਕਿਸੇ ਨੂੰ ਕੁਝ ਦੇਣ ਤੋਂ ਪਹਿਲਾਂ ਇਹ ਵੇਖਦੇ ਆ ਵੀ ਮੁੜ ਕੇ ਇਹਨੇ ਸਾਨੂੰ ਕੀ ਦੇਣਾ ਹੈ। ਕਿਸੇ ਨੂੰ ਕੁਝ ਦੇਣ ਤੋਂ ਪਹਿਲਾਂ ਲੈਣ ਦੀ ਆਸ ਹੈ। ਜਿਵੇਂ
ਮਾਤਾ ਬੱਚੇ ਨੂੰ ਪਾਲਦੀ ਹੈ ਤੇ ਇਹ ਹੈ ਵੀ ਵੱਡਾ ਹੋਵੇ ਧਨ ਖਾਟ ਲਿਆਏ, ਵੱਡਾ ਹੋ ਕੇ ਧਨ ਲੈ ਕੇ ਆਏਗਾ, ਮੈਨੂੰ ਸੁਖ ਦੇਵੇਗਾ। ਮਾਂ ਦੀ ਵੀ ਉੱਥੇ ਮਮਤਾ ਹੈ, ਲੋਭ ਹੈ। ਪਰ ਪਰਉਪਕਾਰ ਗੁਰੂ ਤੋਂ ਬਿਨਾਂ ਨਹੀਂ ਕੋਈ ਵੀ ਕਰ ਸਕਦਾ। ਸਤਿਗੁਰੂ ਸਦਾ ਹੀ ਪਰਉਪਕਾਰ ਉਮਾਹਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਜਿਸ ਵੇਲੇ ਕਸ਼ਮੀਰੀ ਪੰਡਤ ਆਏ ਹੈ ਤੇ ਆ ਕੇ ਉਹਨਾਂ ਨੇ ਜਿਹੜੀ ਫਰਿਆਦ ਕੀਤੀ ਸੀ, ਉਹਦੇ ਚੋਂ ਮੈਂ ਥੋੜਾ ਜਿਹਾ ਸਮਾਂ ਤੁਹਾਡੇ ਨਾਲ ਅੱਜ ਕਰਨੀ ਚਾਹਾਂਗਾ। ਕਸ਼ਮੀਰੀ ਪੰਡਤ ਆਏ, ਬੜੀ ਦੁਨੀਆ ਹੈ, ਬੜੇ ਉਸ ਵੇਲੇ ਦੇ ਵੀ ਕੁਝ ਧਰਮ ਸ੍ਰੇਸ਼ਟ ਸਨ, ਬੜੇ ਉੱਚੇ ਪੱਧਰ ਤੇ ਸਨ, ਬੜੇ ਵੱਡੇ ਵੱਡੇ ਰਾਜੇ ਵੀ ਸਨ ਜਿਨ੍ਹਾਂ ਦੇ ਕੋਲ ਵੱਡੀਆਂ ਹਕੂਮਤਾਂ ਸਨ। ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਉਹਨਾਂ ਨੂੰ ਸ਼ਰਨ ਮਿਲੀ, ਪਨਾਹ ਮਿਲੀ। ਸਤਿਗੁਰੂ ਜੀ ਦੇ ਦਰ ਤੇ ਆ ਕੇ ਉਹਨਾਂ ਨੇ ਫਰਿਆਦ ਕੀਤੀ, ਪਾਤਸ਼ਾਹ ਸਾਡਾ ਹਾਲ ਇਹ ਹੈ ਵੀ ਜੰਜੂ ਚੋਟੀ ਤੋੜ ਫੋੜ ਤਿਲਕ ਕਸਾਏ ਕਰ ਬਾਲਮ ਨਾਮਧਾਰੀ ਦੀ ਇੱਕ ਕਵਿਤਾ ਹੈ। ਉਹ ਲਿਖਦਾ ਹੈ ਵੀ ਹਾਲਾਤ ਇਹ ਬਣ ਗਿਆ ਵੀ ਜੰਜੂ ਚੋਟੀ ਤੋੜ ਫੋੜ तिलक कसाए कार खंजर दिखाए गोश्त गऊ का खिलाते हैं। भी चोटी वढ़ दिती जाती है, मत्थे ते लगे हुए तिलक घस के ला दिते जाते हैं। जिस गऊ की असी पूजा करने आ उस गऊ का मांस साडे मूँह विच पा दिता जाता है। दूध पीते बच्चे माँ की छाती से छुड़ाए कर फेंक फेंक आग में जल लाते तड़फाते हैं। छोटे छोटे बच्चों को सूलियां ते टंग दिता जाता है, मावां दियां छातियां तो खोह लिया जाता है। जो ना कहे कलमा, जिहड़ा उन्हां दियां आयतां नहीं पढ़दा, जिहड़ा इस्लाम कबूल नहीं करदा, जो ना कहे कलमा ओ दीन की ना ईन माने। बेअख्ताओं पर जुल्म कमाते रखते नहीं है जरा भी जालम खुदा का खौफ बालम। बेअख्तियारों पर जुल्म कमाते हैं, वो गरीबां दे उत्ते जुल्म करते हैं तो उन्होंने खुदा का कोई डर भी नहीं रह गया। इस प्रकार की फरियाद गुरु साहब के चरणों में कीती है, अरदास की। सतगुरु जी ने हुक्म कर दिता कि साडा ये चिट्ठी जाके उस औरंगजेब बादशाह नूं दे दिओ। चिट्ठी दे दी गई तो पातशाह ने उहदे विच कुछ इस प्रकार के बचन लिखे ने, क्योंकि फरियाद सी उन्हां दी, महाराज साडा धर्म जा रहा है, साडे धर्म के दीवे बुझ रहे हैं, साडे मंदिर ढा के ढेरी कर दिते जा रहे हैं। जिहड़े बचन भाई गुरदास जी ने लिखिया है कि ठाकर द्वारे ढाए कै ते ठौड़ी मसीत उसारा। उस वेले मंदिर ढा ढा के उन्हां ते मसीतां बनाईयां जा रही सन, क्योंकि वो एक कर्मकांड का ही विषय रह गए सन। पर सिखां दे वास्ते जे कोई पावन पवित्र स्थान है ना, वो सिर्फ एक इमारत या एक बिल्डिंग नहीं। जे पावन पवित्र स्थान श्री हरमंदर साहब है तो वो एक बिल्डिंग नहीं, वो गुरु के सिख का पावन पवित्र हिरदा है। उत्थे गुरु रामदास किसी वेले बैठे नहीं सन, वो अज भी उत्थे बैठे है। बैठा सोढ़ी पातशाह रामदास सत गुरु कहावे। बचन बैठे नहीं वरत्या, बैठा है अज भी उत्थे जोत जग रही है। ते ऐसा प्रेम सी गुरु के सिखां दा भी 10 हमले पावन पवित्र दरबार ते होए। जदों हमला करन वाले हमलावर आए तो कुछ दिनों विच ही उन्हां तो बदला लैके पावन पवित्र स्थान की सेवा दोबारा करा ली, क्योंकि गुरु का दर्शन देख देख जीवा। गुरु के दर्शन तो बिना सिख नहीं सन रहिंदे। बड़ा प्रेम सी उस पावन पवित्र स्थान दे नाल गुरु के सिखां दा। वो भावें निर्मले सिख होण, अकाली सिख होण, निहंग सिंह होण,
ਜਿਹੜੇ ਜਿਹੜੇ ਸਮੇਂ ਵੀ ਗੁਰੂ ਨੇ ਜਿਨ੍ਹਾਂ ਨੂੰ ਵਡਿਆਈ ਦੇਣੀ ਹੈ, ਉਹਨਾਂ ਤੋਂ ਉਸ ਵੇਲੇ ਦਾ ਆਪਣਾ ਰੂਪ ਧਾਰ ਕੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਤੋਂ ਉਹ ਸੇਵਾ ਕਰਵਾ ਲਈ। ਨਾਮਧਾਰੀ ਸਿੰਘਾਂ ਦਾ ਵੀ ਇਤਿਹਾਸ ਆਉਂਦਾ। ਮੱਸੇ ਰੰਗੜ ਦਾ ਸਿਰ ਵੱਢਿਆ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ। ਜਦੋਂ ਜਦੋਂ ਵੀ ਪਾਵਨ ਪਵਿੱਤਰ ਸਥਾਨਾਂ ਦੇ ਉੱਤੇ ਜ਼ਾਲਮਾਂ ਦੇ ਵੱਲੋਂ ਢਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਗੁਰੂ ਕੇ ਸਿੱਖਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਉਹਨਾਂ ਨੂੰ ਨਾਸ ਤੋਂ ਨਬੂਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਗੁਰੂ ਦੇ ਨਾਲ ਮੱਥਾ ਲਾਇਆ ਉਹਨਾਂ ਦੀ ਕੁੱਲ ਨਾਸ ਹੋ ਗਈ ਹੈ। ਤੇ ਇਤਿਹਾਸ ਆਉਂਦਾ ਹੈ, ਇੱਕ ਆਰਟੀਕਲ ਦੇ ਵਿੱਚ ਪੜ੍ਹਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਜੀਵਨ ਸੀ ਵੀ ਚੱਲ ਕੇ ਜਾ ਕੇ ਸ਼ਹਾਦਤ ਦੇਣੀ, ਉਹ ਜਦੋਂ ਕੂਕੇ ਸਿੰਘਾਂ ਨੇ ਉੱਥੇ ਬੁੱਚੜ ਵੱਢੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ, ਤੇ ਉਹਨਾਂ ਨੇ ਵੱਢੇ ਵੀ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੋਵਰ ਦੀ ਬੇਅਦਬੀ ਹੋ ਰਹੀ ਹੈ, ਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਆਪ ਜਾ ਕੇ। ਕਦੇ ਵੀ ਜਦੋਂ ਵੀ ਗੁਰੂ ਧਾਮ ਦੇ ਉੱਤੇ ਕੋਈ ਵੀ ਅਣਖੀਲੀ, ਕੋਈ ਵੀ ਮਜ਼ਾਕੀਆ ਤੌਰ ਤੇ ਬੇਅਦਬੀ ਕਰਨ ਵਾਸਤੇ ਤੁਰਦਾ ਹੈ, ਤੇ ਗੁਰੂ ਸਾਹਿਬ ਦੇ ਜਿਹੜੇ ਸਿੱਖਾਂ ਦੇ ਵਿੱਚ ਸਤਿਗੁਰੂ ਆਪ ਕਿਰਪਾ ਕਰਕੇ ਵਿਚਰਦੇ ਹੈ, ਆਪ ਰਹਿਮਤ ਕਰਦੇ ਹੈ। ਇਸ ਕਰਕੇ ਇੱਕ ਪੱਖ ਇਹ ਹੈ, ਸਾਡੀ ਅੱਜ ਇੱਕ ਭਾਵਨਾ ਬਣ ਗਈ ਹੈ, ਇੱਕ ਤਾਂ ਗਿਆਨੀ ਸਿੰਘ ਹੈ ਜਿਹੜੇ ਸੰਪਰਦਾਵਾਂ 'ਚ ਪੜ੍ਹੇ ਹੈ, ਸੰਤਾਂ ਮਹਾਂਪੁਰਸ਼ਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ, ਅੱਜ ਕੱਲ੍ਹ ਇੱਕ ਗਿਆਨਾਂ ਸੋਂ ਪੈਦਾ ਹੋ ਗਏ, ਜਿਨ੍ਹਾਂ ਨੂੰ ਗੁਰੂ ਘਰ ਨਹੀਂ ਇੱਕ ਬਿਲਡਿੰਗ ਦਿਸਦੇ ਹੈ। ਆ ਪਾਵਨ ਪਵਿੱਤਰ ਇਤਿਹਾਸ ਦਾ ਦਿਨ ਆ ਰਿਹਾ ਹੈ, ਵਿਸਾਖੀ ਦਾ ਪੁਰਬ ਆ ਰਿਹਾ ਹੈ, ਉਹਦੇ ਵਿੱਚ ਆਪ ਜੀ ਸੁਣੋਗੇ ਕਿ ਪਾਣੀ ਦੇ ਵਿੱਚ ਪਤਾਸੇ ਪਾਏ ਗਏ, ਪਰ ਉਹਨਾਂ ਚਿਰ ਤੱਕ ਉਹ ਪਾਣੀ ਹੀ ਸੀ। ਜਦੋਂ ਉਸ ਪਾਣੀ ਦੇ ਉੱਤੇ ਬਾਣੀ ਪੜੀ ਗਈ ਤੇ ਫਿਰ ਉਹ ਪਾਣੀ ਨਹੀਂ ਰਹਿ ਗਿਆ, ਉਹ ਪਾਣੀ ਫਿਰ ਅੰਮ੍ਰਿਤ ਬਣ ਗਿਆ। ਅੰਮ੍ਰਿਤ ਦੇ ਮ੍ਰਿਤ ਦੇ ਅੱਗੇ ਅਗੇਤਰ ਐੜਾ ਲੱਗਾ ਹੋਇਆ ਹੈ, ਭਾਵ ਉਹ ਮ੍ਰਿਤੂ ਤੋਂ ਰਹਿਤ ਹੋ ਗਿਆ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣੈ ਦੂਆ ਤੀਆ। ਅੰਮ੍ਰਿਤ ਨਾਮ ਨੂੰ ਵੀ ਅੰਮ੍ਰਿਤ ਆਖਿਆ ਹੈ, ਭੋਜਨ ਨੂੰ ਵੀ ਆਖਿਆ ਹੈ, ਗਊ ਦੇ ਦੁੱਧ ਨੂੰ ਵੀ ਅੰਮ੍ਰਿਤ ਆਖਿਆ ਹੈ। ਅੰਮ੍ਰਿਤ ਨਾਮ ਪਰਮੇਸ਼ਰ ਦਾ ਵੀ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਦੇ ਕੋਲ ਹੀ ਹੈ ਉਹ ਅੰਮ੍ਰਿਤ ਹੈ। ਉਸ ਅੰਮ੍ਰਿਤ ਦਾ ਖੰਡਨ ਕੀਤਾ ਜਾਂਦਾ ਹੈ, ਪੰਜਾਂ ਬਾਣੀਆਂ ਦਾ ਖੰਡਨ ਕੀਤਾ ਜਾਂਦਾ ਹੈ। ਸਤਿਗੁਰੂ ਜੀ ਦੀ ਐਸੀ ਕਿਰਪਾ ਆਪਣੇ ਸਿੱਖਾਂ ਤੇ। ਦੇਖੋ, ਇੱਕ ਪਾਸੇ ਜਦੋਂ ਰਾਮ ਮੰਦਰ ਢਾਇਆ ਗਿਆ ਅੱਜ ਤੋਂ 550 ਸਾਲ ਪਹਿਲਾਂ, ਉਹਨਾਂ ਦੇ ਅੰਦਰ ਗੈਰਤ ਖਤਮ ਹੋ ਗਈ ਸੀ, ਉਹਨਾਂ ਦੇ ਅੰਦਰ ਮਰਦਪੁਣਾ ਨਹੀਂ ਸੀ, ਤਾਂ ਹੀ 550 ਸਾਲ ਲੱਗ ਗਏ ਰਾਮ ਮੰਦਰ ਤੋਂ ਬਾਬਰੀ ਮਸਜਿਦ ਢਾਹ ਕੇ ਉਹਨੂੰ ਦੁਬਾਰਾ ਰਾਮ ਮੰਦਰ ਬਣਾਉਣ ਵਿੱਚ। ਗੁਰੂ ਦਾ ਸਿੱਖ ਹਰ ਵੇਲੇ ਆਪਣੇ ਗੁਰੂ ਨੂੰ ਨਮਸਕਾਰ ਕਰਦਾ ਹੈ ਤੇ ਆਪਣੇ ਗੁਰੂ ਤੋਂ ਉਪਦੇਸ਼ ਲੈਂਦਾ ਹੈ, ਕਿਉਂਕਿ ਪਤੰਗੇ ਦਾ ਕੰਮ ਨਹੀਂ। ਜਿਹੜੇ ਪਤੰਗੇ ਉੱਡਦੇ ਐ, ਤੁਸੀਂ ਦੇਖਦੇ ਹੋ ਲਾਲਟੈਨਾਂ ਦੇ ਵਿੱਚ, ਜਦੋਂ ਉਹ ਅੱਗ ਦੇਖਦੇ ਐ, ਸ਼ਮਾ ਦੇਖਦੇ, ਤੇ ਉਹਦੇ ਵਿੱਚ ਸੜ ਕੇ ਸੁਆਹ ਹੋ ਜਾਂਦੇ ਐ। ਜਦੋਂ ਗੁਰੂ ਦਾ ਸਿੱਖ ਗੁਰੂ ਦੇ ਦਰ ਤੇ ਕਿਸੇ ਵੀ ਪ੍ਰਕਾਰ ਬੇਅਦਬੀ ਹੁੰਦੀ ਦੇਖਦਾ ਤੇ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ ਹੈ। ਉਹ ਸਮਾਂ ਕਿਤਨਾ ਲੱਗਾ, ਇੱਕ ਪੱਖ ਉਹ ਹੈ ਤੇ 53 ਦਿਨ ਤੋਂ ਉੱਤੇ ਕਦੇ ਵੀ ਦਰਬਾਰ ਸਾਹਿਬ ਤੇ ਜਿੰਨੇ ਵੀ ਹਮਲੇ ਹੋਏ ਐ, ਉਹਨਾਂ ਤੇ ਕਦੇ ਵੀ ਇਸ ਤੋਂ ਵੱਧ ਸਮਾਂ ਨਹੀਂ ਲੱਗਾ, ਕਿਉਂਕਿ ਗੁਰੂ ਕੇ ਸਿੱਖ ਹਨ। ਕਿਉਂਕਿ ਪਾਤਸ਼ਾਹ ਨੇ ਕਿਹਾ ਸੀ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਇਹ ਖਾਲਸਾ ਨਿਆਰਾ ਹੋ ਕੇ ਰਹੇਗਾ, ਜਦੋਂ ਕੋਈ ਖਾਲਸਾ ਕਿਤੇ ਜਾਵੇ, ਜਾ ਕੇ ਕਿਤੇ ਖਲੋ ਜਾਵੇ, ਨਿਹੰਗ ਸਿੰਘਾਂ ਦੇ ਕੁਝ ਅਰਥ ਨਾ ਇਸ ਪ੍ਰਕਾਰ ਦੇ ਹੈ ਵੀ ਨਿਹੰਗ ਸਿੰਘ ਖਲੋਤਾ ਹੋਵੇ ਤੇ ਵੱਖਰਾ ਹੀ ਦਿਸੇ। ਨਿਹੰਗ ਸਿੰਘ 10 ਵੀ ਕਿਤੇ ਪਹੁੰਚ ਜਾਣ ਤੇ ਜਾ ਕੇ ਹੱਲਾ ਕਰ ਦੇਣ ਤੇ ਆਡੀ ਦਿਸ ਜਾਣ ਵੀ ਗੁਰੂ ਕਾ ਖਾਲਸਾ ਆ ਗਿਆ ਹੈ। ਇਹ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੈ, ਉਹਨਾਂ ਨੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਸਿੱਖ ਕੌਮ ਨੂੰ ਬਖਸ਼ੀਆਂ ਹਨ।
जब लग खालसा रह न्यारा, तब लग तेज दियो मैं सारा। जब ए गह विपरन की रीत, तो मैं ना करूं इनकी प्रतीत। पातशाह कहते फिर नहीं मैं इन्हां दे वाला। इस करके गुरु तेग बहादुर महाराज सच्चे पातशाह आप जी धर्म की रखिया वास्ते आनंदां दी पुरी तो चले है। चल के आप जी रस्तियां पिंडियां दे विच हुंदे बेअंत सिख संगतां नूं दर्शन देंदे आगरे पहुंचते है। ते आप जी इत्थे शहादत देण वास्ते आए है, किसे दा धर्म बचाउण दे वास्ते। पातशाह ने बचन कीता सी, उन्हां कश्मीरी पंडितां नूं इह हुक्म गुरु तेग बहादुर किया सी भी कहा पातशाह बच्चिओ घरी जाओ, सिर दे के सत बचांगा मैं। तुहाडा जिहड़ा सत दा धर्म है ना, ये सनातन मत, इनू बचावांगा। हिंदू धर्म दे बुझ रहे दीवे अंदर तेल अपने लहू दा पांगा मैं। पाया देश दियां जड़ां विच लहू अपना, भारत वर्ष दा बूटा तां अज भी फल रहा है। हिंदू धर्म दे जग रहे दीवियां अंदर लहू अज भी तेग बहादुर दा बल रहा है। अज भी गुरु साहब दा शुकराना करना चाहिए। किते भी सानू गुरु ने ये नहीं सिखाया। पातशाह कहते ने कि भै काहू को देत नह, नह भै मानत आन। जे किसी नू भै देना भी नहीं गुरु के सिख ने, तो किसी का भै धारना भी नहीं। ये जिन्ने भी औखे वेले साडे ते आए ना संगत जी, उस दे गुनहगार असीं आप खुद हाँ। क्योंकि पातशाह जी का यह हुक्म सी कि जो हमरे दर्शन को आवे बन सुचेत तन शस्त्र सजावे। भी जेड़ा भी गुरु का सिख होवे वो पंज ककार धारण करे, साडे दर्शनां नूं आवे। अज आपां गुरु साहब दे सामने तुसीं शस्त्रां दे दर्शन कर रहे हो, ते कलगीधर पातशाह जी ने दो ही चीज़ां नूं अपनी जिंदगी विच नमस्कार कीती है, एक शब्द रूप नूं ते दूजा शस्त्रां नूं। पातशाह कहंदे ने भी जिते शस्त्र नामं नमस्कार तामंग। अजकल दसम ग्रंथ तो सानू तोड़ रहे है, गुरु तीर्थां दे नालों सानू तोड़ रहे है। गुरु ग्रंथ साहिब महाराज नूं जरिया दस्सिया जा रहा है। ये कुछ एजेंसियां दियां चालां हन। मन की गल कीती जाती है भी खाण दा मन दे नाल कोई संबंध नहीं हुंदा, शरीरक पहरावे दा ते सिੱਖੀ ਦਾ कोई संबंध नहीं। भाव कि पंज ककार ला के रख दिओ, पाउण दी कोई लोड़ नहीं, ਇਹਦੇ ਨਾਲ ते मन ਦਾ सिੱਖੀ ਦੇ ਨਾਲ कोई रिलेशन नहीं। फिर गल कीती जाती है भी गुरुद्वारे जाण दे नाल सिੱਖੀ ਦਾ कोई संबंध नहीं। की गल ये गुरु धामां दे नालों सिੱਖੀ नूं तोड़िया नहीं जा रहा। बड़े प्रकार दे जिहड़े ਉਹ ਕੁਝ ਏਜੰਸੀਆਂ ਵੱਲੋਂ ਕੁਝ ਯਤਨ ਕੀਤੇ ਜਾ ਰਹੇ। दास पिछले ही समय दुबई गया सी ਤੇ दास हजूर साहब सेवा निभाउंदा है। ਉੱਥੇ ਅਸੀਂ ਗਿਆਨੀ ਹਰਦੀਪ ਸਿੰਘ ਜੀ ਹੋਣਾ ਪਾਸੋਂ ਵਿਦਿਆ ਹਾਸਲ ਕੀਤੀ। ਉਹਨਾਂ ਕਿਹਾ ਵੀ ਗਿਆਨੀ ਜੀ ਇੱਥੇ ਇੱਕ ਗੁਰੂ ਧਾਮ ਹੈ, ਉੱਥੇ ਨਾ ਉਹਨਾਂ ਨੇ ਜਿਹੜੀ ਅਰਦਾਸ ਹੈ ਉਹ ਬਦਲ ਦਿੱਤੀ ਹੈ। ਚੌਪਈ ਸਾਹਿਬ ਦਾ ਪਾਠ ਵੀ ਨਹੀਂ ਕਰਦੇ, ਉਹ ਜਾਪ ਸਾਹਿਬ ਦਾ ਪਾਠ ਵੀ ਨਹੀਂ ਕਰਦੇ, ਤੇ ਤਵੈ ਪ੍ਰਸਾਦ ਸਵਈਏ ਦਾ ਪਾਠ ਵੀ ਨਹੀਂ ਕਰਦੇ। ਉਹ ਕਹਿੰਦੇ ਅਸੀਂ ਦਸਮ ਗ੍ਰੰਥ ਨੂੰ ਮੰਨਦੇ ਹੀ ਨਹੀਂ। पर जदों गुरु कीआं बाणियां पंज हन, उदयपुर दे विच तुसीं अज भी जाओगे तो गुरु गोबिंद सिंह महाराज जी का नितनेम वाला गुटका साहब है। उहदे विच 11 बाणियां हन, जिन्हां विच सिरलेख सहित ये दसम दीयां बाणियां भी हन। बाबा दीप सिंह जी का गुटका साहब तुसीं देखो, जिन्हां दे उत्ते जाप साहब सारे ही दसम ग्रंथ के शब्द ने जिहड़े तुहानूं उहदे विच पढ़न नूं मिलणगे। क्योंकि दसम ग्रंथ दे विच एक चीज़ लिखी हुई है। पातशाह कहंदे ने भी ये जिते भी शस्त्र ने ना, इन्हां नूं असीं नमस्कार करनी है, क्योंकि देवी की पूजा करते हैं लोग। पातशाह कहंदे ने कि काल तू ही, काली तू ही तबर तरवार,
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਪਾਤਸ਼ਾਹ ਕਹਿੰਦੇ ਨੇ ਕਿ ਤੂੰ ਹੀ ਨਿਸ਼ਾਨੀ ਜੀਤ ਕੀ, ਆਜ ਤੂੰ ਹੀ ਜਗਬੀਰ। ਇਹ ਦਸਮ ਪਾਤਸ਼ਾਹ ਜੀ ਦੀ ਬਾਣੀ ਹੈ। ਇਹ ਜਿਹੜੇ ਲੋਕ ਦਸਮ ਦੀ ਨਿੰਦਿਆ ਕਰਦੇ ਐ, ਉਹਨਾਂ ਨੂੰ ਦਸਮ ਗ੍ਰੰਥ ਦੇ ਇੱਕ ਸਵਈਏ ਦੇ ਵੀ ਅਰਥ ਨਹੀਂ ਕਰਨੇ ਆਉਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਜੰਗ ਦਾ ਆਗਾਜ਼ ਲਿਖਦੇ ਐ, ਬੜਾ ਵਿਲੱਖਣਤਾ ਦਾ ਰੂਪ ਹੈ ਕਲਗੀਧਰ ਪਾਤਸ਼ਾਹ ਜੀ ਦਾ ਉਹ ਜੰਗ ਦਾ ਰੂਪ ਲਿਖਣ ਦਾ। ਪਾਤਸ਼ਾਹ ਲਿਖਦੇ ਆ, ਕਾਗੜਦੰ ਕਾਤੀ ਕਟਾਰੀ ਕੜਾਕੰ, ਵੀ ਕਿਸ ਪ੍ਰਕਾਰ ਸਹਿਦ ਕਿਰਪਾਨਾਂ ਖੜਕ ਰਹੀਆਂ ਨੇ। ਕਾਗੜਦੰ ਕਾਤੀ ਕਟਾਰੀ ਕੜਾਕੰ, ਤਾਗੜਦੰ ਤੀਰੰ ਤੁਪਕੰ ਤੜਾਕੰ, ਝਾਗੜਦੰ ਨਾਗੜਦੰ ਬਾਗੜਦੰ ਬਾਜੇ, ਗਾਗੜਦੰ ਗਾਜੀ ਮਹਾਗਜ ਗਾਜੇ। ਇਹ ਤੇ ਜਿਨ੍ਹਾਂ ਨੇ ਸੰਥਿਆ ਨਾ ਕੀਤੀ ਹੋਵੇ ਉਹਨਾਂ ਦੀ ਜ਼ੁਬਾਨ ਤੇ ਹੀ ਨਹੀਂ ਚੜ੍ਹਦੇ, ਤੇ ਜਿਨ੍ਹਾਂ ਨੇ ਇਹਦੇ ਅਰਥ ਨਹੀਂ ਪੜ੍ਹੇ, ਦਸਮ ਦੀ ਕਦੇ ਵਿਚਾਰ ਨਹੀਂ ਕੀਤੀ, ਉਹਨਾਂ ਨੂੰ ਕੀ ਪਤਾ ਕਿ ਦਸਮ ਗ੍ਰੰਥ ਦੀ ਬਾਣੀ ਕੀ ਹੈ। ਇੱਕ ਇੱਕ ਸ਼ਬਦ ਦੇ ਵਿੱਚ ਇੱਕ ਸ਼ਬਦ ਦੇ ਹੀ 12 ਅਰਥ ਨੇ। ਇੱਕ ਸ਼ਬਦ ਹੈ ਕਲਗੀਧਰ ਪਾਤਸ਼ਾਹ ਜੀ ਦਾ। ਪਾਤਸ਼ਾਹ ਕਹਿੰਦੇ ਨੇ ਹਰਸੋ ਮੁਖ ਹੈ, ਹਰਤੀ ਦੁੱਖ ਹੈ, ਅਲਕੈ ਹਰ ਹਾਰ ਪ੍ਰਭਾ ਹਰ ਨਹੀਂ ਹੈ। ਇਹਨਾਂ 5 ਸ਼ਬਦਾਂ ਦਾ ਅਰਥ ਅਲੱਗ-ਅਲੱਗ ਹੈ, ਪਰ ਸ਼ਬਦ ਇੱਕ ਹੈ। ਜਿੰਨਾ ਚਿਰ ਤੱਕ ਅਸੀਂ ਇਸ ਦਾ ਅਧਿਐਨ ਨਹੀਂ ਕਰਾਂਗੇ, ਪੜਾਂਗੇ ਨਹੀਂ, ਗੁਰੂ ਦੇ ਅੱਗੇ ਚੌਕੜਾ ਨਹੀਂ ਲਾਵਾਂਗੇ, ਗੁਰੂ ਦੀ ਆਰਾਧਨਾ ਨਾ ਕਰਾਂਗੇ, ਉਹਨਾਂ ਚਿਰ ਤੱਕ ਸਾਨੂੰ ਸਮਝ ਕਿਵੇਂ ਪਵੇਗੀ। ਪਾਤਸ਼ਾਹ ਕਹਿੰਦੇ ਨੇ ਕਿ ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ, ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ। ਪਾਤਸ਼ਾਹ ਕਹਿੰਦੇ ਨੇ ਜੁਗਾਂ ਜੁਗਾਂ ਤੋਂ ਅਟਲ ਇਹ ਕਥਾ ਹੈ। ਗੁਰੂ ਕੇ ਸਿੱਖ ਪੜ੍ਹਨਗੇ ਤੇ ਇਸ ਤੋਂ ਸੁਚੇਤ ਹੋਣਗੇ, ਇਸ ਤੋਂ ਗਿਆਨ ਲੈਣਗੇ, ਇਸ ਤੋਂ ਸੋਝੀ ਲੈਣਗੇ। ਪਰ ਕੁਝ ਕੁਲਾਣਾ ਇਸ ਪ੍ਰਕਾਰ ਦਾ ਚੱਲ ਪਿਆ ਹੈ, ਜਿਹੜੇ ਕਹਿੰਦੇ ਵੀ ਨਹੀਂ ਅਸੀਂ ਭਗਉਤੀ ਦੀ ਅਰਦਾਸ ਨਹੀਂ ਕਰਨੀ। ਅੱਜ ਤੋਂ ਕੁਝ ਸਮਾਂ ਪਹਿਲਾਂ ਗਿਆਨੀ ਮਾਨ ਸਿੰਘ ਜੀ ਝੌਰ ਇੱਥੇ ਕਥਾ ਕਰਦੇ ਸਨ। ਉਹਨਾਂ ਨੇ ਕਥਾ ਕਰਦਿਆਂ ਕਹਿਣ ਲੱਗੇ ਵੀ ਅੱਜ ਕੱਲ ਨਿਊ ਮਾਡਲ ਪ੍ਰਚਾਰਕ ਪੈਦਾ ਹੋ ਰਹੇ ਆ। 1970 ਦੀ ਮੈਂ ਗੱਲ ਕਰ ਰਿਹਾ, 70-75 ਦੇ ਆਸ-ਪਾਸ ਗਿਆਨੀ ਮਾਨ ਸਿੰਘ ਜੀ ਝੌਰ ਜੀ ਕਥਾ ਵਿੱਚ ਬਚਨ ਕੀਤਾ, ਕਹਿਣ ਲੱਗੇ ਵੀ ਨਿਊ ਮਾਡਲ ਜਿਹੜੇ ਪ੍ਰਚਾਰਕ ਹੈ, ਜਿਹੜੇ ਉਹ ਏਜੰਸੀਆਂ ਵੱਲੋਂ ਥਾਪਣੇ ਸ਼ੁਰੂ ਹੋ ਗਏ ਆ। ਜਿਨ੍ਹਾਂ ਨੇ ਉਸ ਵੇਲੇ ਆਰਟੀਕਲਾਂ 'ਚ ਪੜ੍ਹਨ ਨੂੰ ਮਿਲ ਜਾਂਦਾ ਹੈ, ਉਹਨਾਂ ਨੇ ਇੱਕ ਮਤਾ ਪਾਇਆ ਸੀ ਵੀ ਗੁਰੂ ਘਰਾਂ ਦੀ ਲੋੜ ਹੈ ਜਾਂ ਨਹੀਂ। ਤੇ ਇਲੈਕਸ਼ਨ ਹੋਇਆ ਤੇ ਇਲੈਕਸ਼ਨ ਵਿੱਚ ਉਹ ਲੋਕ ਪੈਸੇ ਤੇ ਏਜੰਸੀਆਂ ਦੇ ਸਿਰਾਂ ਤੇ ਜਿੱਤ ਗਏ ਵੀ ਗੁਰੂ ਘਰਾਂ ਦੀ ਲੋੜ ਨਹੀਂ। ਇਹ ਮਤਾ ਉਸ ਵੇਲੇ ਪਾਸ ਹੋਇਆ। ਉਹਨਾਂ 1970 ਵਿੱਚ ਗਿਆਨੀ ਮਾਨ ਸਿੰਘ ਜੀ ਝੌਰ ਹੋਣਾ ਕਿਹਾ ਸੀ ਵੀ ਜਿੰਨਾ ਕਿਹਾ ਨਾ ਵੀ ਅੱਜ ਗੁਰੂ ਘਰਾਂ ਦੀ ਲੋੜ ਨਹੀਂ, ਉਹ ਆਉਣ ਵਾਲੇ ਸਮੇਂ ਵਿੱਚ ਕਹਿਣਗੇ ਗੁਰਦੁਆਰਿਆਂ ਦੇ ਵਿੱਚ ਵੱਜਦੇ ਉੱਚੀ ਉੱਚੀ ਸਪੀਕਰਾਂ ਦੀ ਲੋੜ ਨਹੀਂ, ਹਰ ਵੇਲੇ ਨਿਰੰਤਰ ਗੁਰਬਾਣੀ ਦੇ ਜਾਪ ਦੀ ਚੱਲਣ ਦੀ ਲੋੜ ਨਹੀਂ, ਗੁਰੂ ਘਰਾਂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਖੜਨ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਵਿੱਚ ਖੰਡ ਪਾਠ ਜਾ ਕੇ ਕਰਾਉਣ ਦੀ ਲੋੜ ਨਹੀਂ। ਕਹਿਣ ਲੱਗੇ ਵੀ ਇਹ ਇੱਥੋਂ ਤੱਕ ਵੀ ਟਿਕਣਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਵੀ ਕਰਨ ਦੀ ਲੋੜ ਨਹੀਂ। ਤੇ ਇਹ ਸਾਰਾ ਕੁਝ ਹੋ ਰਿਹਾ, ਤੁਸੀਂ ਸਭ ਦੇਖ ਰਹੇ। ਇੱਕ ਮਹਾਂਪੁਰਸ਼ ਬਚਨ ਕਰਦੇ ਸਨ, ਸੰਤ ਜਗਜੀਤ ਸਿੰਘ ਜੀ। ਉਹ ਕਹਿੰਦੇ ਸਨ ਵੀ ਤੁਸੀਂ ਆਪਣੇ ਬੱਚਿਆਂ ਨੂੰ ਇੰਜੀਨੀਅਰ ਬਣਾਓ, ਫਿਲਾਸਫਰ ਬਣਾਓ, ਜੱਜ ਬਣਾਓ, ਵਕੀਲ ਬਣਾਓ, ਪਾਇਲਟ ਬਣਾਓ, ਸਭ ਕੁਝ ਬਣਾ ਦਿਓ ਬੱਚਿਆਂ ਨੂੰ, ਪਰ ਇੱਕ ਗੱਲ ਯਾਦ ਰੱਖਣਾ, ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਸਿੱਖ ਬਣਾਓ। ਜੇ ਅਸੀਂ ਗੁਰੂ ਸਾਹਿਬ ਤੋਂ ਪੁੱਛਦੇ ਆ ਨਾ ਕਿ ਪਾਤਸ਼ਾਹ ਉਹ ਕਿਹੜੀ ਉਮਰ ਆ ਜਿਹਦੇ ਵਿੱਚ ਅਸੀਂ ਭਜਨ ਕਰੀਏ, ਜਿਹਦੇ ਵਿੱਚ ਅਸੀਂ ਗੁਰੂ ਵਾਲੇ ਬਣੀਏ, ਜਿਹਦੇ ਵਿੱਚ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਦੇ ਵਾਸਤੇ ਸੀਸ ਦੇ ਕੇ ਜੇ ਸਮਾਂ ਪਵੇ ਤੇ ਆਪਣੀ ਜਾਨ ਦੀ ਆਹੂਤੀ ਵੀ ਦੇ ਦਈਏ। ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਦੱਸ ਦਿੱਤਾ ਵੀ ਸਿੱਖ ਦੀ ਕਿਸੇ ਵੀ ਉਮਰ ਨਹੀਂ ਹੁੰਦੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਐਵੇਂ ਦੱਸ ਦਿੱਤਾ ਸੀ ਵੀ ਸਿੱਖਾ ਜੇ ਤੂੰ ਨਾਮ ਜਪਣਾ ਹੈ ਤੇ ਯਾਦ ਰੱਖੀ ਕਿ ਕਿਸ ਉਮਰ 'ਚ ਨਾਮ ਜਪਣਾ ਹੀ ਤੇ ਕਿਵੇਂ ਜਪਣਾ ਹੈ। ਪਾਤਸ਼ਾਹ ਨੂੰ ਪੁੱਛਿਆ ਸੀ ਸਿੱਖਾਂ ਤੇ, ਪਾਤਸ਼ਾਹ ਕਿਹਾ ਕਿ ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜਸ। ਧਰੂ ਪ੍ਰਹਿਲਾਦ ਦੀ ਉਮਰ ਕਿਤਨੀ ਕੁ ਹੈ?
ਸਾਰਿਆਂ ਨੂੰ ਉਡੀਕ ਹੈ ਵੀ ਉਮਰ ਹੋਵੇਗੀ, ਘਰ ਪਾਰ ਸੰਭਾਲ ਲਾਂਗੇ, 60 ਤੋਂ ਬਾਅਦ ਦੀ ਉਮਰ ਹੋਵੇਗੀ, ਫਿਰ ਕਿਤੇ ਜਾ ਕੇ ਨਾਮ ਜਪਾਂਗੇ, ਸਿਮਰਨ ਕਰਾਂਗੇ। ਪਰ ਨਹੀਂ, ਐਸਾ ਨਹੀਂ ਹੋ ਸਕਿਆ, ਹੁੰਦਾ ਹੀ ਨਹੀਂ। ਕਿਉਂਕਿ ਜਿਹੜੇ ਕੰਮ ਜਵਾਨੀ ਵੇਲੇ ਕੀਤੇ ਜਾ ਸਕਦੇ ਨੇ, ਉਹ ਬੁਢੇਪੇ ਵੇਲੇ ਨਹੀਂ ਕੀਤੇ ਜਾਂਦੇ। ਇਹ ਗੁਰੂ ਸਾਹਿਬ ਕਿਰਪਾ ਕੀਤੀ, ਗੁਰੂ ਤੇਗ ਬਹਾਦਰ ਮਹਾਰਾਜ ਆਪ ਜੀ ਇੱਥੇ ਆਏ, ਆ ਕੇ ਔਰੰਗਜ਼ੇਬ ਦੇ ਨਾਲ ਬੜੇ ਸਵਾਲ ਜਵਾਬ ਹੋਏ ਹੈ। ਸਵਾਲ ਜਵਾਬ ਕਰਦਿਆਂ ਔਰੰਗਜ਼ੇਬ ਨੇ ਇੱਕ ਗੱਲ ਆਖੀ, ਕਹਿਣ ਲੱਗੇ ਵੀ ਇਹ ਜਿਹੜੀ ਆਵਾਜ਼ ਉੱਠ ਰਹੀ ਹੈ ਨਾ ਧਰਮ ਦੀ ਰੱਖਿਆ ਵਾਸਤੇ, ਇਸ ਆਵਾਜ਼ ਨੂੰ ਮੈਂ ਬੰਦ ਕਰ ਦਿਆਂਗਾ। ਇਹ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ। ਪਰ ਮਨਜ਼ੂਰ ਅਕਾਲ ਪੁਰਖ ਪਰਮੇਸ਼ਰ ਖੁਦਾ ਵਾਹਿਗੁਰੂ ਰੱਬ ਨੂੰ ਹੋਰ ਸੀ। ਔਰੰਗਜ਼ੇਬ ਕਹਿੰਦਾ ਸੀ ਵੀ ਮੈਂ ਗੁਰੂ ਤੇਗ ਬਹਾਦਰ ਦੀ ਆਵਾਜ਼ ਬੰਦ ਕਰ ਦਿਆਂਗਾ, ਤੇ ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਨ, औरंगजेब जयकार कियो धर्मिया का पापी को दंड दियो। तेनू दंड दिता जाएगा। आने वाले समय में याद रखी, जिहड़ी आवाज़ नूं तू बंद करदा है, उसे गुरु तेग बहादुर महाराज की बाणी सारा अखंड पाठ साहब बिना स्पीकर तो करते हैं, लोग घरां विच हुंदा है, पर जदों गुरु तेग बहादुर महाराज की बाणी आउंदी है, श्लोक महला 9वां, गुण गोबिंद गायो नहीं जन्म अकारत कीन, उस वेले स्पीकर ला के सारी दुनिया दे विच आवाज़ सुनाई जाती है। जिहड़ी आवाज़ नूं उस वेले दी हुकूमत दबाना चाहती सी, उही आवाज़ सब थावां ते बुलंद हुई है। गुरु तेग बहादुर महाराज इत्थे आए है, आके आप जी बलिदान देना है। हुण काहदे वास्ते बलिदान दिता है? कोई लालच ते नहीं, कोई सत्ता ते नहीं चाहिदी, कोई दुनिया दे विच वडियाई ते नहीं चाहिदी। आनंदपुर साहब वसदा है, हज़ारां सिख संगतां नमस्कार करन आउंदियां ने, 9वीं पातशाह जी की गद्दी दे वारस ने, पर कारण यह है कि जिहड़ा गरीब दे उत्ते अन्याय हो रहा ना, उसनूं देख के नहीं सहार सकते। संत होवे, भगत होवे, गुरु का सिख होवे जां गुरु होवे, कदे भी किसी दे उत्ते दुख हुंदा वेख के वो जर नहीं सकेगा, क्योंकि भै काहू को देत न भै मानत आन। किसी नूं भै देना भी नहीं तो किसी दा भै मनना भी नहीं। ते सब तो वड्डा यही तीर्थां दा भरमण है कि 68 तीर्थ सगल पुन जी दया प्रवान, जियां दे उत्ते दया ही करनी है। ये सब तो वड्डा ते श्रेष्ठ कर्म है। गुरु साहब जी कृपा करके इस देश की धर्म रक्षा वास्ते आप जी शीश का बलिदान दिता है। आने वाला समा है विसाखी का, आप सब सिख संगतां ने बड़े वड्डे पद्धर ते उस पुरब नूं मनाउणा है। गुरु साहब ने आनंदपुर साहब वसाया है। आनंदपुर तो भाव है साडा शरीर आनंदमई है। साडे शरीर दे उत्ते कलगीधर पासा ने केसां दा गढ़ बनिया है। तुसीं आनंदपुर साहब जाओगे, आनंदपुर साहब एक शहर का नाम है, पर उत्थे जिथे 1699 दे विच सिੱਖੀ प्रचार होया, खालसा साजना दिवस होया, खालसे पंथ की साजना हुई, उत्थे कलगीधर पातशाह ने केसां दा गढ़ बनिया, जिसका नाम रखिया केसगढ़ साहब। हर एक गुरु दे सिख दे कोल केसां दा गढ़ होना चाहिए। केस गुरु की मोहर है। पातशाह कहते ने कि रहनी रह सोई सिख मेरा, ओ साहिब मैं उसका चेहरा, रहत प्यारी मुझको सिख प्यारा नाई। पातशाह कहते हैं कि रहत है ना जी, गुरु साहब मर्यादा किसी का लिहाज नहीं करते, मर्यादा सब तो अगे है। इस करके वखरियां वखरियां ड्यूटियां प्रबंधक कमेटियां दियां, संतां महापुरुषां दियां, संत बाबा अतर सिंह जी महापुरुषां दे जीवन की एक घटना आउंदी है कि बड़े प्रचारकां ने, बड़ियां ने सिੱਖੀ प्रचार वास्ते जोर लाया, तो एक दिन महापुरुष आए,
ਆ ਕੇ ਸੰਗਤਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਕਹਿਣ ਲੱਗੇ, ਸੰਗਤ ਜੀ, ਸਾਨੂੰ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਬਖਸ਼ੀ ਹੈ, 5 ਕਕਾਰ ਬਖਸ਼ੇ ਹੈ, ਤੁਸੀਂ ਗੁਰੂ ਵਾਲੇ ਬਣ ਜਾਓ ਤੇ ਖੰਡੇ ਬਾਟੇ ਦੀ ਪੌਲ ਛਕ ਲਓ। ਇੰਨੀ ਗੱਲ ਕਹਿਣ ਦੀ ਦੇਰ ਸੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਉੱਠ ਕੇ ਖੰਡੇ ਬਾਟੇ ਦੀ ਪੌਲ ਛਕਣ ਨੂੰ ਤਿਆਰ ਹੋ ਗਏ। ਇਸੇ ਪ੍ਰਕਾਰ ਇੱਕ ਸੰਤ ਮਹਾਂਪੁਰਸ਼ਾਂ ਦੇ ਕੋਲੋਂ ਅਸੀਂ ਜਿਨ੍ਹਾਂ ਦੀ ਬਚਪਨ ਤੋਂ ਲੈ ਕੇ ਅਜੇ ਤੱਕ ਸੰਗਤ ਕੀਤੀ ਹੈ, ਉਹ ਇੱਕ ਚੀਜ਼ ਦੇ ਬੜੇ ਖਿਲਾਫ ਹੁੰਦੇ ਸਨ। ਉਹ ਕਹਿੰਦੇ ਸਨ ਵੀ ਅਸੀਂ ਟੀਵੀਆਂ ਤੇ ਨਹੀਂ ਜਾਣਾ, ਸਾਡੀ ਫੋਟੋ ਵੀ ਖਿੱਚ ਕੇ ਸੋਸ਼ਲ ਮੀਡੀਆ ਤੇ ਨਾ ਪਾਓ, ਲੋਕ ਸਵਾਲ ਜਵਾਬ ਕਰਦੇ, ਅਸੀਂ ਇਹਨਾਂ ਗੱਲਾਂ ਵਿੱਚ ਨਹੀਂ ਪੈਣਾ, ਪਰ ਕੋਈ ਸਾਹਮਣੇ ਆ ਕੇ ਸਵਾਲ ਜਵਾਬ ਕਰੇ ਅਸੀਂ ਉਹਨੂੰ ਜਵਾਬ ਵੀ ਦੇਵਾਂਗੇ। ਉਹਨਾਂ 1999 ਦੀ ਵਿਸਾਖੀ ਦੇ ਵਿੱਚ ਬੜਾ ਵੱਡਾ ਜਿਹੜਾ ਸੀ ਉਹ ਸਮਾਗਮ ਕੀਤਾ। ਉਸ ਸਮਾਗਮ ਦੇ ਵਿੱਚ ਤਕਰੀਬਨ 9,500 ਤੋਂ ਉੱਤੇ ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਉਹਨਾਂ ਦੇ ਅੰਦਰ ਕੌਮ ਦਾ ਦਰਦ ਸੀ। ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਬੀਆ ਨੰਗਲ ਬਿਲਾਸਪੁਰ ਵਾਲੇ, ਇੱਥੇ ਆਪਣੇ ਭਾਈ ਅੰਗਰੇਜ਼ ਸਿੰਘ ਨੇ, ਉਹ ਵੀ ਉੱਥੇ ਪਾਵਨ ਸਥਾਨ ਤੇ ਜਾਂਦੇ ਹੈ, ਹਾਜ਼ਰੀ ਭਰਦੇ ਹੈ। ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਜਦੋਂ ਉਹਨਾਂ ਨੇ ਦਿੱਲੀ ਵਿੱਚ ਸਮਾਗਮ ਕਰਨੇ ਮਹਾਂਪੁਰਸ਼ਾਂ ਨੇ, ਤੇ ਹਜ਼ਾਰਾਂ ਦੀ ਸੰਗਤ ਨੇ ਇਸ ਤਰੀਕੇ ਨਾਲ ਬੈਠ ਜਾਣਾ ਜਿਵੇਂ ਭਗਵਾਨ ਕ੍ਰਿਸ਼ਨ ਦੀ ਬੰਸਰੀ ਜਿਵੇਂ ਵੱਜਦੀ ਸੀ, ਤੇ ਹਜ਼ਾਰਾਂ ਹੀ ਲੋਕ ਉੱਤੇ ਮੁਗਧ ਮੂਨ ਹੋ ਜਾਂਦੇ ਸਨ। ਭਾਈ ਮਰਦਾਨੇ ਦੀ ਰਬਾਬ ਵੱਜਦੀ ਸੀ ਤੇ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਵਾਜਾ ਵੱਜ ਕੇ ਸਿੱਖੀ ਪ੍ਰਚਾਰ ਹੋਣਾ। 7 ਲੱਖ ਦੇ ਪ੍ਰਾਣੀਆਂ ਦੇ ਆਸ-ਪਾਸ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਸਿੱਖ ਸੰਗਤਾਂ ਨੂੰ ਅੰਮ੍ਰਿਤ ਛਕਾਇਆ। ਤੇ ਉਹਨਾਂ ਮਹਾਂਪੁਰਸ਼ਾਂ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਹੋਣਾ ਪਿੱਛੇ ਜੇ ਸਰੀਰ ਛੱਡਿਆ ਸੀ, ਤੇ ਇੱਥੋਂ ਵੀ ਸਿੱਖ ਸੰਗਤਾਂ ਨੇ ਜਾਣਾ ਹੈ। 23-24 ਤਰੀਕ ਦੀ ਉਹਨਾਂ ਦਾ ਬਰਸੀ ਦਾ ਸਮਾਗਮ ਹੈ। ਇਹ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਭੌਰੇ ਨੇ ਜਿਤਨੇ ਵੀ ਸਿੱਖ ਸੰਤ ਨੇ। ਕੁਝ ਲੋਕ ਸੰਤਾਂ ਤੋਂ ਹੀ ਬੜੀ ਈਰਖਾ ਕਰਦੇ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਜਿਹੜਾ ਕੋਈ ਸਿੱਖ ਹੋਵੇ ਨਾ, ਸਿੱਖ ਕਿਸੇ ਇੱਕ ਨੂੰ ਟੁੱਟੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਦੇ ਤੇ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਜਿਨ੍ਹਾਂ ਨੇ ਇੱਕ ਨੂੰ ਨਹੀਂ, 100 ਨੂੰ ਨਹੀਂ, ਹਜ਼ਾਰਾਂ ਨੂੰ ਨਹੀਂ, ਲੱਖਾਂ ਨੂੰ ਜੋੜ ਦਿੱਤਾ ਤੇ ਉਹ ਧਨ ਨਹੀਂ। ਉਹਨਾਂ ਦੇ ਬਾਰੇ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਵੀ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਹੜਾ ਸਾਨੂੰ ਗੁਰੂ ਸ਼ਬਦ ਦੇ ਨਾਲ ਜੋੜਦਾ ਹੈ ਉਹਨੂੰ ਹਰ ਵੇਲੇ ਨਮਸਕਾਰ ਕਰਨੀ ਚਾਹੀਦੀ ਹੈ। ਇਸ ਕਰਕੇ ਸਭ ਨੂੰ ਹੀ ਨਮਸਕਾਰ ਹੈ, ਜਿਤਨੇ ਵੀ ਗੁਰੂ ਦਰਾਂ ਦੇ ਉੱਤੇ ਸੇਵਾਵਾਂ ਨਿਭਾਉਂਦੇ ਹੈ। ਇਹ ਸ਼ਬਦ ਸੀ ਗੁਰੂ ਪਾਤਸ਼ਾਹ ਜੀ ਦਾ, ਲੇਖੈ ਕਤਹਿ ਨ ਛੁਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪੌੜੀ ਵਿੱਚ ਪਾਤਸ਼ਾਹ ਜੀ ਬਚਨ ਕਰ ਰਹੇ ਹੈ ਤੇ ਪਾਤਸ਼ਾਹ ਦਾ ਅਗਲਾ ਸ਼ਬਦ ਹੈ, ਅੱਗੇ ਪੌੜੀ ਦੇ ਵਿੱਚ ਬਚਨ ਕਰ ਰਿਹਾ ਹੈ, ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ, ਜੀਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ। ਬੇਗੁਨਾਹ ਹੋ ਗਏ, ਗੁਰੂ ਸਾਹਿਬ ਦਾ ਦਿੱਤੇ ਹੋਏ ਦਾ ਅਸੀਂ ਸ਼ੁਕਰਾਨਾ ਨਹੀਂ ਕਰ ਸਕੇ। ਲਾਹਾ ਮਾਇਆ ਕਾਰਣੇ ਦਹਿਦਸ ਢੂੰਡਣ ਜਾਏ, ਮਾਇਆ ਦੇ ਵਾਸਤੇ ਨਿਤ ਹੀ ਯਤਨ ਕਰਦਾ ਹੈ, ਮਾਇਆ ਨੂੰ ਲੱਭਣ ਦਾ ਯਤਨ ਕਰਦਾ ਹੈ। ਪਰ ਦੇਨਹਾਰ ਪ੍ਰਭ ਨਿਮਖ ਨਾ ਮਨਹਿ ਬਸਾਏ, ਇੱਕ ਨਿਮਖ ਜਿੰਨਾ ਸਮਾਂ ਵੀ ਪਰਮੇਸ਼ਰ ਦਾ ਭਜਨ ਨਹੀਂ ਕਰਦਾ। ਲਾਲਚ ਝੂਠ ਵਿਕਾਰ ਮੋਹ ਆ ਸੰਪੈ ਮਨ ਮਾਹੇ, ਝੂਠ ਦੇ ਵਿੱਚ ਵਿਕਾਰ ਦੇ ਵਿੱਚ ਇਹਨਾਂ ਲਾਲਚਾਂ ਦੇ ਅਧੀਨ ਹੋ ਕੇ ਆਪਣਾ ਜੀਵਨ ਵਿਅਰਥ ਹੀ ਗਵਾਈ ਜਾਂਦਾ ਹੈ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਏ, ਉਹਨਾਂ ਦੇ ਨਾਲ ਇਸ ਦਾ ਵਿਹੋਣਾ ਹੈ, ਬੈਠਣਾ ਉੱਠਣਾ ਐਸੀ ਜਿਨ੍ਹਾਂ ਦੀ ਮੱਤ ਹੈ, ਪੁੱਠੀ ਮੱਤ ਵਾਲਿਆਂ ਦੀ ਸੰਗਤ ਕਰਨੀ। ਤੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਇੰਨੇ ਗੁਨਾਹ ਨੇ, ਜਿਨ੍ਹਾਂ ਦੇ ਵਿੱਚ ਇਤਨੇ ਪਾਪ ਹਨ, ਉਹਨਾਂ ਨੂੰ ਵੀ ਗੁਰੂ ਤੇਗ ਬਹਾਦਰ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ ਲੈਂਦੇ ਹਨ। ਤੁਧ ਭਾਵੈ ਤਾਂ ਬਖਸ਼ ਲੈਹ, ਖੋਟੇ ਸੰਗ ਖਰੇ, ਨਾਨਕ ਭਾਵੈ ਪਾਰ ਬ੍ਰਹਮ, ਪਾਹਨ ਨੀਰ ਤਰੇ। ਜਿਵੇਂ ਗੁਰੂ ਦੀ ਕਿਰਪਾ ਦੇ ਨਾਲ ਪੱਥਰਾਂ ਦੇ ਪਾਣੀ ਉੱਤੇ ਵੀ ਤਰਨਾ ਹੋ ਜਾਂਦਾ ਹੈ,
ਇਸੇ ਤਰੀਕੇ ਦੇ ਨਾਲ ਜਿਹੜੇ ਕਦੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਗੁਰੂ ਜੇ ਉਹਨਾਂ ਦੇ ਉੱਤੇ ਕਿਰਪਾ ਕਰੇ। ਜਿਵੇਂ ਬੜੇ ਗੁਨਾਹ ਮਨੁੱਖ ਕਰਦਾ ਹੈ, ਗੁਨਾਹ ਕਰਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਕਿੰਨੇ ਵੀ ਗੁਨਾਹ ਕੋਈ ਕਰੇ, ਕਿਤਨੇ ਵੀ ਕੋਈ ਪਾਪ ਕਰੇ, ਅਖੀਰ ਵਿੱਚ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆ ਜਾਵੇ ਤੇ ਕਦੇ ਵੀ ਗੁਰੂ ਨਾਨਕ ਪਾਤਸ਼ਾਹ ਇਹ ਨਹੀਂ ਕਹਿੰਦੇ ਵੀ ਤੂੰ ਬੜੇ ਗੁਨਾਹ ਕੀਤੇ, ਤੂੰ ਬੜੇ ਪਾਪ ਕੀਤੇ, ਤੂੰ ਬਖਸ਼ਿਆ ਨਹੀਂ ਜਾਵੇਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਇੱਕੋ ਹੀ ਆਵਾਜ਼ ਆਵੇਗੀ ਕਿ ਆਗੇ ਸੁਧਰ ਚਲੋ ਨੰਦ ਲਾਲਾ ਪਾਸ਼ੇ, ਜੋ ਬੀਤੀ ਸੋ ਬੀਤੀ। ਪਿੱਛੇ ਜੋ ਬੀਤ ਗਿਆ ਉਹ ਤੂੰ ਭੁੱਲ ਜਾ, ਹੁਣ ਤੂੰ ਗੁਰੂ ਵਾਲਾ ਬਣ ਜਾ। ਅੱਜ ਦੀ ਇਹ ਸ਼ਬਦ ਦੀ ਵਿਚਾਰ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਆਪ ਸਭ ਸੰਗਤਾਂ ਨਾਲ ਸਾਂਝਾ ਕੀਤਾ ਹੈ। ਦਾਸ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਵਿਦਿਆ ਹਾਸਲ ਕਰਕੇ ਆਪ ਸਭ ਸੰਗਤਾਂ ਦਾ ਦਰਸ਼ਨ ਕਰਨ ਇੱਥੇ ਪਹੁੰਚਾ ਸੀ। ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ। ਮੇਰੇ ਬਹੁਤ ਹੀ ਅਜ਼ੀਜ਼ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਮਾਂ ਦੇ ਕੇ ਆਪ ਸਭ ਸਿੱਖ ਸੰਗਤਾਂ ਦਾ ਦਰਸ਼ਨ ਕਰਵਾਇਆ ਹੈ। ਇੰਨੀਆਂ ਅਰਜ਼ਾਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਅਸੀਸ ਦਿਓ, ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾਓ ਤੇ ਅਦਬ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।